Today we will do distance formula or interplanar distance. It is denoted by D. डी ਦੇ ਪੈਰ ਦੇ ਵਿੱਚ HKL ਪਾ ਦਿੰਦੇ ਆ। HKL ਕੀ ਨੇ? ਮਿਲਰ ਇੰਡੀਸਿਸ। ਪਹਿਲਾਂ ਮਿਲਰ ਇੰਡੀਸਿਸ ਇੱਕ ਵਾਰ ਦੁਬਾਰਾ ਰਿਵਾਈਜ਼ ਕਰਾ ਦਾਂ ਕੀ ਸੀ। ਮਿਲਰ ਇੰਡੀਸਿਸ ਸੀਗੇ ਸਾਡੇ ਕੋਲ ਤਿੰਨ ਚੀਜ਼ਾਂ ਸੀ। ਪਹਿਲੀ ਗੱਲ ਹੈਗੀ ਸੀ ਸਾਡੇ ਕੋਲ ਕ੍ਰਿਸਟੈਲੋਗ੍ਰਾਫਿਕ ਐਕਸਿਸ। ਕ੍ਰਿਸਟੈਲੋਗ੍ਰਾਫਿਕ ਐਕਸਿਸ ਮਤਲਬ ਕਿ ਜਿਹੜੀਆਂ ਓਰੀਜਨਲ ਲੈਂਥ ਸੀਗੀਆਂ A B ਤੇ C। ਫਿਰ ਉਸ ਤੋਂ ਬਾਅਦ ਹੈਗੇ ਸੀ ਸਾਡੇ ਕੋਲ ਮਿਲਰ ਇੰਡੀਸਿਸ। ਮਿਲਰ ਇੰਡੀਸਿਸ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ HK ਤੇ L ਦੇ ਨਾਲ। ਉਸ ਤੋਂ ਬਾਅਦ ਹੈਗੇ ਨੇ ਇੰਟਰਸੈਪਟ। ਇੰਟਰਸੈਪਟ ਮਤਲਬ ਕਿ ਜਿਹੜੇ ਕਿ ਕੱਟ ਕਰਦੀਆਂ ਨੇ ਐਕਸਿਸ ਨੂੰ। ਕੱਟਸ ਦੀ ਐਕਸਿਸ, ਠੀਕ। ਮਤਲਬ ਕਿ ਅਗਰ ਸਾਡੇ ਕੋਲ ਇਹ ਵਾਲਾ ਪਲੇਨ ਹੈ ਆ 3 ਡਾਇਮੈਂਸ਼ਨਲ ਦੇ ਵਿੱਚ ਸਾਡੇ ਕੋਲ ਇਹ ਸਾਡਾ ਓਰੀਜਨ ਹੋਵੇ O A B ਤੇ C। ਮੰਨ ਲਓ ਇਹ ਇਸ ਨੂੰ ਇੱਥੇ ਕੱਟ ਕਰ ਰਿਹਾ ਹੈ ਪੁਆਇੰਟ ਦੇ ਉੱਤੇ, ਇਸ ਨੂੰ ਇੱਥੇ ਕੱਟ ਕਰ ਰਿਹਾ, ਇਸ ਨੂੰ ਇੱਥੇ ਕੱਟ ਕਰ ਰਿਹਾ। ਤਾਂ ਜਿੱਥੇ ਕੱਟ ਕਰ ਰਹੇ ਨੇ ਦੀਜ਼ ਆਰ ਨੋਨ ਐਜ਼ ਦਾ ਇੰਟਰਸੈਪਟਸ। ਤਾਂ ਇੰਟਰਸੈਪਟ ਲਿਆ ਸੀ। ਤਾਂ ਹੁਣ ਮਿਲਰ ਇੰਡੀਸਿਸ ਦੇ ਲਈ ਕੀ ਕਰਦੇ ਹੁੰਦੇ ਹਾਂ ਅਸੀਂ? ਇੰਟਰਸੈਪਟ ਦਾ ਰਿਵਰਸ ਲੈ ਲੈਂਦੇ ਹੁੰਦੇ ਹਾਂ, ਠੀਕ ਹੈ। ਮੰਨ ਲਓ ਤੁਹਾਡੇ ਕੋਲ ਇੰਟਰਸੈਪਟ OA OB ਤੇ OC ਨੇ, ਤਾਂ ਅਸੀਂ ਪਹਿਲਾਂ ਇਹਦਾ ਕੀ ਰਵਾਂਗੇ? ਰੈਸੀਪ੍ਰੋਕਲ। ਰੈਸੀਪ੍ਰੋਕਲ ਦੇ ਵਿੱਚ ਕੀ ਕਰ ਜਾਏਗਾ? 1/OA 1/OB 1/OC। ਫਿਰ ਉਸ ਤੋਂ ਬਾਅਦ ਕੀ ਕਰਦੇ? ਇਸ ਨੂੰ ਮਲਟੀਪਲਾਈ ਕਰ ਦਿੰਦੇ ਹਾਂ ਓਰੀਜਨਲ ਲੈਂਥ ਦੇ ਨਾਲ। ਮਲਟੀਪਲਾਈ ਬਾਏ A B ਐਂਡ C। ਦੈਟ ਮੀਨਸ ਇਹਨੂੰ A ਦੇ ਨਾਲ, ਇਸ ਨੂੰ B ਨਾਲ, ਇਸ ਨੂੰ C ਦੇ ਨਾਲ। ਤਾਂ A/OA B/OB C/OC। ਤਾਂ ਇਹ ਕੀ ਆ ਜਾਂਦੇ ਨੇ ਸਾਡੇ ਕੋਲ? ਮਿਲਰ ਇੰਡੀਸਿਸ ਆ ਜਾਂਦੇ ਨੇ। ਤਾਂ ਇਹ H ਆ ਗਿਆ, ਇਹ K ਹੈ, ਤਾਂ ਇਹ L ਹੈ, ਠੀਕ ਹੈ। ਤਾਂ ਇੱਥੋਂ ਅਗਰ ਅਸੀਂ ਸਿੰਪਲੀ ਇਹਨੂੰ ਇਕੁਏਟ ਕਰ ਦਈਏ H ਇਜ਼ ਇਕੁਅਲਸ ਟੂ A/OA, ਇਟ ਮੀਨਸ OA ਇਜ਼ ਇਕੁਅਲਸ ਟੂ A/H। ਇਸੇ ਤਰ੍ਹਾਂ B/OB ਇਜ਼ ਇਕੁਅਲਸ ਟੂ K ਦੇ, ਇਟ ਇੰਪਲਾਈਜ਼ OB ਇਜ਼ ਇਕੁਅਲਸ ਟੂ B/K। ਸਿਮਿਲਰਲੀ OC ਇਜ਼ ਇਕੁਅਲਸ ਟੂ C/HKL, ਠੀਕ। ਦੈਟ ਮੀਨਸ ਜਿਹੜੇ OA OB OC ਨੇ ਇਹ ਕੀ ਸੀਗੀਆਂ? ਇਹ ਇੰਟਰਸੈਪਟ ਸੀ। ਅਸੀਂ ਇੰਟਰਸੈਪਟ ਦੀਆਂ ਵੈਲਿਊ ਕੱਢ ਲਈਆਂ ਇਨ ਟਰਮਸ ਆਫ ਮਿਲਰ ਇੰਡੀਸਿਸ। ਇਸ ਨੂੰ ਹੀ ਅਸੀਂ ਇਹਦੇ ਵਿੱਚ ਇੰਟਰਪਲੇਨਰ ਡਿਸਟੈਂਸ ਦੇ ਵਿੱਚ ਯੂਜ਼ ਕਰਾਂਗੇ। ਤਾਂ ਹੁਣ ਇਸ ਦੇ ਵਿੱਚ ਕੀ ਕਰਨਾ? ਇੰਟਰਪਲੇਨਰ ਡਿਸਟੈਂਸ ਦੇ ਵਿੱਚ ਇੰਟਰਪਲੇਨਰ ਡਿਸਟੈਂਸ ਇਜ਼ ਰਿਪਰੈਜ਼ੈਂਟਡ ਬਾਈ D ਪੈਰ ਦੇ ਵਿੱਚ HKL। ਦੈਟ ਮੀਨਸ ਇੰਟਰਪਲੇਨਰ ਡਿਸਟੈਂਸ ਇਨ ਟਰਮਸ ਆਫ ਮਿਲਰ ਇੰਡੀਸਿਸ। ਉਸ ਤੋਂ ਬਾਅਦ ਕੀ ਕਰਨਾ ਹੈ? ਹੁਣ ਇਸ ਦੇ ਵਿੱਚ ਤੁਸੀਂ ਅਜ਼ਿਊਮ ਕਰਨਾ ਹੈ, ਸਿੰਪਲ ਇੱਕ ਚੀਜ਼ ਆਹੀ ਅਜ਼ਿਊਮ ਕਰ ਲਓ 3 ਡਾਇਮੈਂਸ਼ਨਲ ਦੇ ਵਿੱਚ, ਠੀਕ। ਆਹ O ਹੈ। ਉਸ ਤੋਂ ਬਾਅਦ ਲੈਟ ਅਸ ਅਜ਼ਿਊਮ ਇਹ ਕੱਟ ਕਰ ਰਿਹਾ। ਆਹ ਤੁਹਾਡੀ ਜਿਹੜੀ ਓਰੀਜਨਲ ਇੱਥੇ ਤੱਕ ਇੱਧਰ ਲੈਂਥ ਹੈ, ਆਹ ਓਰੀਜਨਲ ਲੈਂਥ ਹੈ ਜਿਹੜੀ ਇਹ A ਹੈ। ਇਸੇ ਤਰ੍ਹਾਂ ਅੱਗੇ ਜਿਹੜੀ ਇਹਦੀ ਲੈਂਥ ਹੋਏਗੀ ਇਸਦੀ ਆਹ B ਹੋਏਗੀ। ਦੈਟ ਮੀਨਸ ਇਹ ਕ੍ਰਿਸਟਲ ਹੋਏਗਾ। ਅਤੇ ਆਹ ਅੱਗੇ ਇਹਦੀ ਲੈਂਥ ਹੈ ਜਿਹੜੀ C ਹੋਏਗੀ। ਆਪਾਂ ਨੇ ਕੀ ਕਰਨਾ? ਅਜ਼ਿਊਮ ਕੀ ਕਰਨਾ ਕਿ ਇਹ ਕੱਟ ਕਰ ਰਹੀ ਹੈ ਜਿੱਥੇ ਮੰਨ ਲਓ ਇਹ A ਪੁਆਇੰਟ ਦੇ ਉੱਤੇ ਕੱਟ ਕਰ ਰਹੀ ਹੈ, ਤਾਂ OA ਇਸ ਨੂੰ ਮੰਨ ਲਓ ਇਹ B ਪੁਆਇੰਟ ਦੇ ਉੱਤੇ ਕੱਟ ਕਰ ਰਿਹਾ ਹੈ, ਅਤੇ ਥਰਡ ਵਾਲੇ ਨੂੰ ਇਸ ਨੂੰ C ਪੁਆਇੰਟ ਦੇ ਉੱਤੇ ਕੱਟ ਕਰ ਰਿਹਾ। ਹੁਣ ਤਿੰਨਾਂ ਪਲੇਨਸ ਨੂੰ ਅਸੀਂ ਤਿੰਨਾਂ ਪੁਆਇੰਟਸ ਨੂੰ ਮੈਚ ਕਰ ਦਾਂਗੇ। ਤਾਂ ਸਾਡੇ ਕੋਲ ਕੀ ਬਣ ਗਿਆ? ਇੱਕ ਪਲੇਨ ਬਣ ਗਿਆ ABC। ABC ਇੱਕ ਪਲੇਨ ਹੋ ਗਿਆ। ਹੁਣ ਅਸੀਂ ਇਸ ABC ਪਲੇਨ ਦੇ ਉੱਪਰ ਜੇ ਅਸੀਂ ਓਰੀਜਨ ਤੋਂ ਇੱਕ ਪਰਪੈਂਡੀਕੂਲਰ ਡਰਾ ਕਰ ਲਈਏ, ਇਹ ਪਰਪੈਂਡੀਕੂਲਰ ਡਰਾ ਕੀਤਾ, ਇੱਥੇ ਪਰਪੈਂਡੀਕੂਲਰ ਦਾ ਸਾਈਨ ਪਾ ਦਿਓ। ਮੰਨ ਲਓ ਇਹ OD ਹੋ ਗਿਆ, ਆਹ ਓਰੀਜਨ ਹੈ, O ਤੋਂ D ਵੱਲ ਨੂੰ ਅਸੀਂ ਇੱਕ ਪਰਪੈਂਡੀਕੂਲਰ ਡਰਾ ਕੀਤਾ, ਠੀਕ। ਤਾਂ ਇਸ ਪਰਪੈਂਡੀਕੂਲਰ OD ਇਸ ਦੀ ਲੈਂਥ ਕਿੰਨੀ ਹੈ? D, ਜਿਹੜੀ ਅਸੀਂ ਫਾਈਂਡ ਆਊਟ ਕਰਨੀ ਹੈ। ਹੁਣ ਅਸੀਂ ਪਹਿਲਾਂ ਆਹ OA ਇੰਟਰਸੈਪਟ ਦੀ ਵੈਲਿਊ ਅਸੀਂ ਕੱਢ ਚੁੱਕੇ ਹਾਂ, ਜਿਹੜੀ ਮਿਲਰ ਇੰਡੀਸਿਸ ਦੇ ਵਿੱਚੋਂ ਕੱਢੀ ਹੈ A/H B/K ਤੇ C/L। ਦੈਟ ਮੀਨਸ ਜਿਹੜੀ ਤੁਹਾਡੀ OA ਦੀ ਵੈਲਿਊ ਹੈ ਦਿਸ ਇਜ਼ A/H, ਦਿਸ ਇਜ਼ B/K ਤੇ ਦਿਸ ਇਜ਼ C/L, ਠੀਕ। ਹੁਣ ਅੱਗੇ ਕੀ ਕਰਨਾ? ਇੱਥੇ ਚਾਹੇ ਤੁਸੀਂ ਇੱਕ ਵਾਰ ਦੁਬਾਰਾ ਵੀ ਲਿਖ ਲਓ A/H B/K C/L। ਇਸ ਨੂੰ ਅਸੀਂ ਯੂਜ਼ ਕਰਨਾ। ਹੁਣ ਅਸੀਂ ਕੀ ਕਿਹਾ ਕਿ ਅਸੀਂ ਓਰੀਜਨ ਤੋਂ ਇੱਕ ਪਰਪੈਂਡੀਕੂਲਰ ਡਰਾ ਕੀਤਾ ਇਸ ਪਲੇਨ ਦੇ ਉੱਪਰ, ABC ਪਲੇਨ ਦੇ ਉੱਪਰ। ਇਹ 3 ਡਾਇਮੈਂਸ਼ਨਲ ਦੇ ਵਿੱਚ ਇਸ ਕਰਕੇ ਇਹ ਪਤਾ ਨਹੀਂ ਲੱਗਣਾ ਕਿ ਸਾਨੂੰ ਟਰਾਇੰਗਲ ਕਿਹੜੀ ਹੈ, ਸਾਨੂੰ ਅਜ਼ਿਊਮ ਕਰਨਾ ਪੈਣਾ ਹੈ। OD ਹੈ, OD ਦੀ ਲੈਂਥ ਕੀ ਹੈ? D ਹੈ। ਤਾਂ ਹੁਣ ਅਸੀਂ ਇੱਕ ਟਰਾਇੰਗਲ ਅਜ਼ਿਊਮ ਕਰਾਂਗੇ। ਪਹਿਲਾਂ ਕਿਹੜੀ ਕਰਾਂਗੇ? A, ਜਿਸ ਦੇ ਵਿੱਚ A ਪੁਆਇੰਟ O ਪੁਆਇੰਟ ਅਤੇ D ਪੁਆਇੰਟ। ਦੈਟ ਮੀਨਸ ਪਰਪੈਂਡੀਕੂਲਰ ਵਾਲਾ ਪੁਆਇੰਟ ਅਤੇ A ਵਾਲਾ ਪੁਆਇੰਟ ਅਤੇ ਓਰੀਜਨ, ਠੀਕ ਹੈ। ਦੈਟ ਮੀਨਸ ਇਨ ਟਰਾਇੰਗਲ AOD। ਟਰਾਇੰਗਲ ਕਿਹੜੀ ਹੈ? ਇਹ ਰਾਈਟ ਐਂਗਲਡ ਟਰਾਇੰਗਲ ਹੈ। ਰਾਈਟ ਐਂਗਲਡ ਟਰਾਇੰਗਲ। ਰਾਈਟ ਐਂਗਲ ਕਿਉਂ? ਕਿਉਂਕਿ ਇਹਦੇ ਵਿੱਚ 90 ਵਾਲਾ ਇੱਕ ਐਂਗਲ ਹੈ। ਤਾਂ ਇਹ AOD ਹੈ। ਹੁਣ ਇਹਨੂੰ AOD ਨੂੰ ਜਦੋਂ ਬਣਾਉਣਾ ਤੁਸੀਂ ਦੇਖੋ
ਇਹ O ਤੋਂ D ਵੱਲ ਨੂੰ ਜਾਂਦਾ ਹੈ। ਜੇ O ਹੈ ਆਹ ਪੁਆਇੰਟ, ਇਸ ਤੋਂ D ਵੱਲ ਨੂੰ ਜਾਂਦੇ ਹੋਏ ਇੱਥੇ ਇਹ ਪਰਪੈਂਡੀਕੂਲਰ ਹੈ। ਠੀਕ ਹੈ, ਦੂਜਾ ਪੁਆਇੰਟ ਕਿਹੜਾ ਹੈ? O A ਦਾ। O A ਦਾ। ਠੀਕ, ਤਾਂ A ਤੇ D ਪੁਆਇੰਟ ਨੂੰ ਜਦੋਂ ਤੁਸੀਂ ਮੈਚ ਕਰਦੇ ਹੋ, ਇਹ ਤਾਂ 90 ਹੀ ਹੈ। OA ਅਸੀਂ ਲੈਂਥ ਕੱਢ ਚੁੱਕੇ ਹਾਂ, ਆਹ ਸੀ A/H। ਠੀਕ ਹੈ, ਆਹ OD ਦੀ ਲੈਂਥ ਅਸੀਂ ਅਜ਼ਿਊਮ ਕੀਤੀ ਹੈ, ਆਹ D। ਠੀਕ, ਤਾਂ ਇਹ OD ਆ ਗਿਆ। ਦੈਟ ਮੀਨਸ ਆਹ ਕੀ ਬਚ ਗਿਆ ਸਾਡੇ ਕੋਲ, ਦਿਸ ਇਜ਼ A/H D। ਤਾਂ ਆਹ ਟਰਾਇੰਗਲ ਆ ਤੁਹਾਡੀ AOD ਦੇ ਵਿੱਚ। ਠੀਕ, ਹੁਣ ਇਸ ਦੇ ਵਿੱਚ ਕੀ ਹੈ, ਜਿਹੜਾ ਆਪਾਂ ਇੱਥੇ ਐਂਗਲ ਅਜ਼ਿਊਮ ਕਰਨੇ ਨੇ, ਅਲਫਾ, ਬੀਟਾ ਤੇ ਗਾਮਾ। ਅਲਫਾ, ਬੀਟਾ, ਗਾਮਾ ਐਂਗਲ ਕਿਹੜੇ ਨੇ? ਅਲਫਾ ਐਂਗਲ ਕਿਹੜਾ ਹੈ? ਅਲਫਾ ਐਂਗਲ ਹੈਗਾ AOD। ਠੀਕ, ਦੈਟ ਮੀਨਸ ਆਹ ਵਾਲਾ ਐਂਗਲ ਹੋਏਗਾ AOD ਦਾ, ਦਿਸ ਇਜ਼ ਅਲਫਾ ਐਂਗਲ। ਇਸੇ ਤਰ੍ਹਾਂ ਜਿਹੜਾ ਬੀਟਾ ਐਂਗਲ ਆ ਉਹ ਕਿਹੜਾ ਹੋਏਗਾ? ਐਂਗਲ BOD। ਜਿਹੜਾ ਗਾਮਾ ਐਂਗਲ ਹੋਏਗਾ ਉਹ ਕਿਹੜਾ ਹੋਏਗਾ? COD। ਠੀਕ, ਤਾਂ ਹੁਣ ਅਸੀਂ ਕੀ ਕਰਨੀ ਹੈ, ਜੇ ਇਹ ਅਲਫਾ ਐਂਗਲ ਹੈ, ਇਸ ਦੇ ਵਿੱਚ ਅਸੀਂ ਕੌਸ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਹੁਣ ਕੀ ਹੁੰਦਾ? ਪੰਡਿਤ ਪਗੜੀ ਪ੍ਰਸਾਦ ਹਰ ਹਰ ਬੋਲੇ, ਸੋਨਾ ਚਾਂਦੀ ਤੋਲੇ। ਤਾਂ ਕੌਸ ਕੀ ਹੁੰਦਾ ਸਾਡੇ ਕੋਲ? ਬੇਸ ਅਪੋਨ ਹਾਈਪੋਟੀਨਿਊਜ਼। ਤਾਂ ਕੌਸ ਅਲਫਾ ਇਜ਼ ਬੇਸ ਬਾਏ ਹਾਈਪੋਟੀਨਿਊਜ਼। ਹੁਣ ਬੇਸ ਕੀ ਹੈ? ਆਹ 90 ਹੈ, 90 ਦੇ ਸਾਹਮਣੇ ਵਾਲਾ ਕਿਹੜਾ ਹੁੰਦਾ ਹੈ? ਹਾਈਪੋਟੀਨਿਊਜ਼। ਐਂਗਲ ਹੈ, ਐਂਗਲ ਦੇ ਸਾਹਮਣੇ ਵਾਲਾ ਕਿਹੜਾ ਹੁੰਦਾ ਹੈ? ਪਰਪੈਂਡੀਕੂਲਰ। ਬਾਕੀ ਕਿਹੜਾ ਬਚਿਆ? ਬੇਸ। ਤਾਂ ਬੇਸ ਅਪੋਨ ਹਾਈਪੋਟੀਨਿਊਜ਼, ਬੇਸ ਕੀ ਹੈ ਸਾਡੇ ਕੋਲ? D। ਹਾਈਪੋਟੀਨਿਊਜ਼ ਕੀ ਹੈ? A/H। ਤਾਂ ਕੌਸ ਅਲਫਾ ਆ ਗਿਆ। ਇਸੇ ਤਰ੍ਹਾਂ ਹੁਣ ਜੇ ਅਸੀਂ ਐਂਗਲ BOD ਦੀ ਗੱਲ ਟਰਾਇੰਗਲ ਦੇ ਵਿੱਚ ਕਰ ਲਵਾਂਗੇ, BOD। ਠੀਕ, ਇਨ ਰਾਈਟ ਐਂਗਲਡ ਟਰਾਇੰਗਲ BOD। BOD ਦੇ ਵਿੱਚ ਸਾਡੇ ਕੋਲ ਐਂਗਲ BOD ਇਜ਼ ਬੀਟਾ। ਸਿਮਿਲਰਲੀ ਉਵੇਂ ਹੀ ਹੋ ਜਾਏਗਾ ਇਹ ਵੀ। ਹੁਣ ਕੀ ਹੈ ਕਿ OD ਦਾ ਤਾਂ ਹੋਈ ਹੈ ਪਰਪੈਂਡੀਕੂਲਰ ਹੀ ਹੈ, ਦੈਟ ਮੀਨਸ O ਤੋਂ D ਤੱਕ ਦਾ ਤਾਂ ਆਹ ਪਰਪੈਂਡੀਕੂਲਰ ਹੀ ਹੈ, ਅਤੇ ਆਹ B ਹੈ। ਠੀਕ ਹੈ, OB ਦੀ ਲੈਂਥ ਅਸੀਂ ਫਾਈਂਡ ਆਊਟ ਕਰ ਚੁੱਕੇ ਹਾਂ, ਅਸੀਂ B/K। ਤਾਂ OB ਦੀ ਲੈਂਥ B/K ਹੈ, OD ਦੀ ਲੈਂਥ D ਸੀਗੀ, ਤਾਂ ਬਚ ਗਿਆ BD। ਹੁਣ ਆਹ ਐਂਗਲ ਕੀ ਹੈ? ਬੀਟਾ ਐਂਗਲ। ਤਾਂ ਇਹਦੇ ਵਿੱਚ ਫਿਰ ਕੌਸ ਬੀਟਾ ਦੀ ਵੈਲਿਊ ਫਾਈਂਡ ਆਊਟ ਕਰ ਲਾਂਗੇ। ਕੌਸ ਬੀਟਾ ਕਿੰਨਾ ਆ ਜਾਏਗਾ? D/B/K। ਸਿਮਿਲਰਲੀ ਇਨ ਰਾਈਟ ਐਂਗਲਡ ਟਰਾਇੰਗਲ COD ਦੇ ਵਿੱਚ ਵੀ ਸਿਮਿਲਰਲੀ ਹੋਏਗਾ, ਤਾਂ ਉੱਥੇ ਕੌਸ ਗਾਮਾ ਦੀ ਵੈਲਿਊ ਨਿਕਲ ਜਾਏਗੀ, ਦੈਟ ਵਿਲ ਬੀ D/C/L। ਠੀਕ, ਹੁਣ ਅੱਗੇ ਇੱਕ ਪ੍ਰੋਪਰਟੀ ਹੁੰਦੀ ਹੈ ਸਾਡੇ ਵੈਕਟਰਸ ਦੇ ਵਿੱਚ ਹੁੰਦੀ ਹੈ। ਇਹ ਵੈਕਟਰਸ ਦੇ ਵਿੱਚ ਪ੍ਰੋਪਰਟੀ ਹੁੰਦੀ ਹੈ ਕਿ ਡਾਇਰੈਕਸ਼ਨ ਕੋਸਾਈਨ cos ਸਕੁਅਰ ਅਲਫਾ ਪਲੱਸ cos ਸਕੁਅਰ ਬੀਟਾ ਪਲੱਸ cos ਸਕੁਅਰ ਗਾਮਾ ਦੈਟ ਇਜ਼ ਇਕੁਅਲਸ ਟੂ 1। ਡਾਇਰੈਕਸ਼ਨ ਕੋਸਾਈਨਸ ਦੇ ਸਕੁਅਰ ਦਾ ਸਮ ਆ ਜੋ ਉਹ ਇਕੁਅਲਸ ਟੂ 1 ਹੁੰਦਾ। ਇਹਦਾ ਮਤਲਬ ਕੀ ਹੈ? ਹੁਣ cos ਅਲਫਾ ਦੀ ਵੈਲਿਊ ਕਿੰਨੀ ਕੱਢੀ? ਅਸੀਂ D/A/H ਇਜ਼ ਦਾ ਸਕੁਅਰ ਪਲੱਸ D/B/K ਦਾ ਸਕੁਅਰ ਪਲੱਸ D/C/L ਦਾ ਸਕੁਅਰ ਦੈਟ ਇਜ਼ ਇਕੁਅਲਸ ਟੂ 1। ਇਟ ਇੰਪਲਾਈ D ਸਕੁਅਰ ਸਾਰਿਆਂ ਦੇ ਵਿੱਚ ਹੈਗਾ ਹੀ ਹੈ, D ਸਕੁਅਰ ਕਾਮਨ ਨਿਕਲ ਗਿਆ। A/H ਜਦੋਂ ਉੱਪਰ ਜਾਏਗਾ ਤਾਂ H/A ਹੋ ਜਾਏਗਾ, ਦੈਟ ਮੀਨਸ H ਸਕੁਅਰ ਬਾਈ A ਸਕੁਅਰ, K ਸਕੁਅਰ ਅਪੋਨ B ਸਕੁਅਰ, L ਸਕੁਅਰ ਅਪੋਨ C ਸਕੁਅਰ ਦੈਟ ਇਜ਼ ਇਕੁਅਲਸ ਟੂ 1 ਦੇ। ਇੱਥੋਂ ਕੀ ਆ? D ਸਕੁਅਰ ਦੀ ਵੈਲਿਊ ਕੱਢ ਲਓ। D ਸਕੁਅਰ ਦੀ ਵੈਲਿਊ ਕਿੰਨੀ ਆ ਜਾਏਗੀ? ਆ 1 ਅਪੋਨ ਦੇ ਵਿੱਚ ਚਲੇ ਜਾਏਗਾ, 1 ਅਪੋਨ H ਸਕੁਅਰ ਬਾਈ K ਸਕੁਅਰ, K ਸਕੁਅਰ ਅਪੋਨ B ਸਕੁਅਰ, L ਸਕੁਅਰ ਅਪੋਨ C ਸਕੁਅਰ। ਇਟ ਇੰਪਲਾਈਜ਼ D ਦੀ ਵੈਲਿਊ ਕਿੰਨੀ ਆ ਜਾਊਗੀ? ਸਕੁਅਰ ਇੱਧਰ ਜਾ ਕੇ ਅੰਡਰ ਰੂਟ ਹੋ ਜਾਏਗਾ, 1 ਅਪੋਨ ਅੰਡਰ ਰੂਟ H ਸਕੁਅਰ ਅਪੋਨ A ਸਕੁਅਰ, K ਸਕੁਅਰ ਅਪੋਨ B ਸਕੁਅਰ, L ਸਕੁਅਰ ਅਪੋਨ C ਸਕੁਅਰ। ਠੀਕ ਹੈ, ਕਿਉਂਕਿ ਹੁਣ ਇਹ ਇਨ ਟਰਮਸ ਆਫ HKL ਨਿਕਲੀ, ਇਸ ਕਰਕੇ ਅਸੀਂ D ਦੇ ਪੈਰ ਦੇ ਵਿੱਚ HKL ਪਾ ਦਿੰਦੇ ਹਾਂ। ਤਾਂ ਦਿਸ ਇਜ਼ ਦਾ ਰਿਲੇਸ਼ਨਸ਼ਿਪ ਫॉर ਦਾ ਇੰਟਰਪਲੇਨਰ ਡਿਸਟੈਂਸ ਇਨ ਟਰਮਸ ਆਫ ਮਿਲਰ ਇੰਡੀਸਿਸ। ਇਹ ਕਿਹੜੇ ਸਿਸਟਮ ਦੇ ਲਈ ਹੈ? ਆਰਥੋਰੋਂਬਿਕ ਸਿਸਟਮ ਦੇ ਲਈ। ਆਰਥੋਰੋਂਬਿਕ ਸਿਸਟਮ ਤੁਹਾਨੂੰ ਯਾਦ ਹੋਵੇ, ਉਸ ਦੇ ਵਿੱਚ A ਇਜ਼ ਨਾਟ ਇਕੁਅਲਸ ਟੂ B ਇਜ਼ ਨਾਟ ਇਕੁਅਲਸ ਟੂ C, ਅਲਫਾ ਇਜ਼ ਨਾਟ ਇਕੁਅਲਸ ਟੂ ਬੀਟਾ ਇਜ਼ ਨਾਟ ਇਕੁਅਲਸ ਟੂ ਗਾਮਾ। ਨਾ ਤਾਂ ਐਂਗਲ ਇਕੁਅਲ ਹੁੰਦੇ ਨੇ, ਨਾ ਹੀ ਆਪਣੇ ਕੋਲ ਸਾਈਡਸ ਇਕੁਅਲ ਹੁੰਦੇ। ਤਾਂ ਇਹ ਆਰਥੋਰੋਂਬਿਕ ਸਿਸਟਮ ਲਈ ਹੈ। ਇਹਨੂੰ ਵੀ ਅੱਗੇ ਮੋਡੀਫਾਈ ਕਰ ਸਕਦੇ ਹੋ ਤੁਸੀਂ ਕਿਊਬਿਕ ਸਿਸਟਮ ਦੇ ਲਈ। ਸਿੰਪਲ ਕਿਊਬਿਕ ਸਿਸਟਮ, ਸਿੰਪਲ ਕਿਊਬਿਕ ਸਿਸਟਮ ਦੇ ਵਿੱਚ ਕੀ ਹੁੰਦਾ? A ਇਕੁਅਲਸ ਟੂ B ਇਕੁਅਲਸ ਟੂ C ਹੁੰਦਾ। ਠੀਕ, ਤਾਂ ਇੱਥੇ ਤੁਸੀਂ ABC ਨੂੰ ਇਕੁਅਲ ਕਰ ਦੋਗੇ ਤਾਂ DHKL ਦੀ ਵੈਲਿਊ ਕਿੰਨੀ ਆ ਜਾਏਗੀ? 1 ਅਪੋਨ H ਸਕੁਅਰ ਅਪੋਨ A ਸਕੁਅਰ, K ਸਕੁਅਰ ਅਪੋਨ A ਸਕੁਅਰ, L ਸਕੁਅਰ ਅਪੋਨ A ਸਕੁਅਰ, ਕਿਉਂਕਿ B ਅਤੇ C ABC ਤੇ ਨੇ ਆਪਸ ਦੇ ਵਿੱਚ ਇਕੁਅਲ ਨੇ। ਤਾਂ ਇਹ ਕੀ ਆ ਗਿਆ? 1 ਅਪੋਨ H ਸਕੁਅਰ ਪਲੱਸ K ਸਕੁਅਰ ਪਲੱਸ L ਸਕੁਅਰ ਅਪੋਨ A ਸਕੁਅਰ ਆ ਜਾਏਗਾ। ਇਹਦੇ ਉੱਤੇ ਅੰਡਰ ਰੂਟ ਹੈ, ਤਾਂ ਉਹ A ਸਕੁਅਰ ਉੱਪਰ ਚਲੇ ਜਾਏਗਾ, ਅੰਡਰ ਰੂਟ ਤੋਂ ਬਾਹਰ ਆਏਗਾ ਤਾਂ ਇਕੱਲਾ A ਆ ਜਾਏਗਾ। ਠੀਕ ਹੈ, ਦੈਟ ਮੀਨਸ ਜਿਹੜੀ DHKL ਦੀ ਵੈਲਿਊ ਹੈ ਦੈਟ ਵਿਲ ਬੀ A ਅਪੋਨ
एच स्केयर प्लस के स्केयर प्लस एल स्केयर। ये किस सिस्टम के लिए है? फॉर द क्यूबिक सिस्टम। ठीक।